ਡਾਕਟਰ ਰੀਤੂ ਸਿੰਘ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗੁਰਦੁਆਰਾ ਅੰਬ ਸਾਹਿਬ ਤੋਂ ਵਿਸ਼ਾਲ ਇਕੱਤਰਤਾ ਹੋਣ ਤੋਂ ਬਾਅਦ ਅਰਦਾਸ ਕਰਕੇ ਜਿਹੜਾ ਹੈ ਕਿ ਮਾਰਚ ਚੱਲਿਆ ਤੇ ਜੋ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ, ਜੋ ਕਿ ਇਸ ਵਕਤ ਬੜੈਲ ਜੇਲ੍ਹ ਦੇ ਬਿਲਕੁਲ ਨੇੜੇ ਜਿਹੜਾ ਕਿ ਧਰਨਾ ਲੱਗਿਆ ਹੋਇਆ। ਇਹ ਮੋਰਚਾ ਜਿਹੜਾ ਪੱਕਾ ਮੋਰਚਾ ਲੱਗਿਆ ਆ। ਸੋ ਤੁਸੀਂ ਇਸ ਤੋਂ ਪਹਿਲੋਂ ਵੀ ਪ੍ਰੋਗਰਾਮਾਂ ਵਿੱਚ ਆਉਂਦੇ ਰਹੇ ਹੋ ਤੇ ਅੱਜ ਦੇ ਇਸ ਮੋਰਚੇ ਵਿੱਚ ਤੁਸੀਂ ਇਸ ਵਕਤ ਦੇਰ ਰਾਤ ਪਹੁੰਚੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਆਪ ਹੀ ਕਹਿਤਾ ਕਿ ਪਹੁੰਚੇ ਹੋ ਤੁਸੀਂ ਐਜ਼ ਅ ਯੂਥ, ਮੈਨੂੰ ਇਹ ਲੱਗਦਾ ਕਿ ਸਾਡੇ 'ਚ ਜੋਸ਼ ਤਾਂ ਬਹੁਤ ਆ, ਲੇਕਿਨ ਜਿਹੜਾ ਹੋਸ਼ ਹੈ ਨਾ ਉਹ ਗਾਈਡ ਕਰਨਾ ਪੈਣਾ। ਉਹ ਗਾਈਡ ਕੌਣ ਕਰੇਗਾ? ਸਾਡੇ ਵੱਡੇ। ਮੈਂ ਹੁਣ ਦੇਖ ਰਹੀ ਹਾਂ ਇੰਨੀ ਠੰਡ ਹੈਗੀ ਇਸ ਇੰਨਾ ਮਤਲਬ ਇੱਕ ਕਿਸਮ ਦਾ ਇਹੋ ਜਿਹਾ ਮਾਹੌਲ ਹੋਇਆ ਪਿਆ ਕਿ ਆਪਾਂ ਆ ਤੁਸੀਂ ਪੈਨ ਕਰ ਸਕਦੇ ਹੋ ਕੈਮਰਾ, ਅੱਗ ਜਲਾ ਕੇ ਬੈਠੇ ਹਾਂ, ਇੰਨੀ ਠੰਡ ਹੈਗੀ ਹੈ। ਬਟ ਜਿਹੜੇ ਕੌਮੀ ਸੰਘਰਸ਼ ਦੇ ਜਿਨ੍ਹਾਂ ਦੇ ਦਿਲ ਦੇ ਵਿੱਚ ਇਨਸਾਫ ਦੀ ਅੱਗ ਬਲਦੀ ਹੈ, ਇੱਕ ਅੱਗ ਦੇਖ ਲਓ, ਇੱਕ ਇਨਸਾਫ ਦੀ ਅੱਗ ਦੇਖ ਲਓ, ਜਿਨ੍ਹਾਂ ਦੇ ਦਿਲ ਵਿੱਚ ਹੈਗਾ ਕਿ ਨਹੀਂ ਸਾਨੂੰ ਜਸਟਿਸ ਚਾਹੀਦਾ, ਆਪਣੇ ਲੋਕਾਂ ਲਈ ਜਿਹੜੇ ਕੌਮ ਦੇ ਲਈ ਸ਼ਹੀਦ ਹੋਏ ਜਾਂ ਜਿਨ੍ਹਾਂ ਨੇ ਕੌਮ ਦੇ ਲਈ ਕੰਮ ਕੀਤਾ, ਉਹ ਟਿਕ ਕੇ ਨਹੀਂ ਬਹਿ ਸਕਦੇ, ਉਹ ਘਰੇ ਨਹੀਂ ਬਹਿ ਸਕਦੇ। ਔਰ ਮੇਰੇ ਹਿਸਾਬ ਨਾਲ ਮੈਂ ਤਾਂ ਇਹੀ ਕਹਿੰਦੀ ਹਾਂ, ਮੈਂ ਪਹਿਲੇ ਵੀ ਕਿਹਾ ਸੀਗਾ ਕਿ 7 ਤਰੀਕ ਨੂੰ ਸਾਰੇ ਪਹੁੰਚੋ। ਔਰ ਮੇਰਾ ਅੱਜ ਸਵੇਰੇ ਮੈਟਰ ਸੀਗਾ ਕੋਰਟ 'ਚ, ਮੈਂ ਆਪਣਾ ਮੈਟਰ ਖਤਮ ਕਰਕੇ ਜਿਹੜਾ ਮੇਰੇ ਤੇ ਇੱਕ ਮੈਟਰ ਚੱਲ ਰਿਹਾ ਉਹ ਖਤਮ ਕਰਕੇ ਮੈਂ ਸਿੱਧਾ ਪੂਰੀ ਕੋਸ਼ਿਸ਼ ਕੀਤੀ ਕਿ ਇਸ ਥਾਂ 'ਤੇ ਪਹੁੰਚਾਂ। ਔਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਆਪਾਂ ਕਹਿੰਦੇ ਨਾ, ਲੋਕੀ ਕਹਿੰਦੇ ਕਿ ਸਾਡਾ ਹੱਜ ਹੋ ਗਿਆ। ਜਿਸ ਕਿਸੇ ਨੇ ਆਪਣਾ ਹੱਜ ਕਰਨਾ ਹੈ, ਆਪਣੀ ਜਾਤ ਧਰਮ ਸਾਰੀ ਚੀਜ਼ਾਂ ਨੂੰ ਪਿੱਛੇ ਛੱਡ ਕੇ ਆਪਣੀ ਕਮਿਊਨਿਟੀ, ਤੁਹਾਡਾ ਐਫੀਲੀਏਸ਼ਨ ਕੀ ਹੈ, ਤੁਸੀਂ ਕਿਸ ਸੈਕਸ਼ਨ ਤੋਂ ਬਿਲੋਂਗ ਕਰਦੇ ਹੋ, ਜੇ ਤੁਸੀਂ ਇਸ ਇਨਸਾਫੀ ਮੋਰਚੇ ਲਈ ਇਕੱਠੇ ਨਹੀਂ ਹੋਏ, ਫਿਰ ਤੁਹਾਡਾ ਕਿਸੇ ਵੀ ਇਕੱਠ ਤੇ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ। ਹੋਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ, ਉਹਨਾਂ ਦੀ ਕੁਰਬਾਨੀਆਂ ਜੋ ਉਹਨਾਂ ਨੇ ਦਿੱਤੀਆਂ, ਮੈਂ ਬਾਰ-ਬਾਰ ਕਿਹਾ ਸੀ, ਮੈਂ ਹਰ ਵਾਰੀ ਜਿੰਨੀ ਵਾਰੀ ਵੀ ਮੈਂ ਮੋਰਚੇ 'ਚ ਆਈ ਹਾਂ ਮੈਂ ਇਹ ਕਿਹਾ ਕਿ ਉਹਨਾਂ ਦਾ ਕੋਈ ਪਰਸਨਲ ਸਵਾਰਥ ਨਹੀਂ ਸੀਗਾ। ਯੂਥ ਨੂੰ ਸਮਝਣ ਦੀ ਲੋੜ ਹੈਗੀ ਹੈ, ਯੂਥ ਨੂੰ ਸਮਝਾਉਣ ਦੀ ਲੋੜ ਹੈਗੀ ਹੈ, ਕਿਉਂਕਿ ਆਪਾਂ ਨਾ ਵੱਡੇ ਲੈਵਲ 'ਤੇ ਜਿੱਦਾਂ ਸਾਡੇ ਜਿਨ੍ਹਾਂ ਨੂੰ ਅਸੀਂ ਲੁੱਕ ਫਾਰਵਰਡ ਕਰਦੇ ਹਾਂ, ਸਾਡੇ ਲੀਡਰ ਜਾਂ ਹਰ ਅੰਦੋਲਨ ਵਿੱਚ ਕੋਈ ਲੀਡਰ ਆ, ਮੈਂ ਬਿਲਕੁਲ ਸਟ੍ਰੇਟ ਫਾਰਵਰਡ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਵੀ ਸੰਘਰਸ਼ ਨੂੰ ਮਿਸਗਾਈਡ ਨਾ ਕਰਿਓ, ਕਿਉਂਕਿ ਯੂਥ ਆਪਣੇ ਜੋਸ਼ ਨਾਲ ਨਾ ਤੁਹਾਡੇ ਵੱਲ ਦੇਖਦਾ। ਦੇਖ ਲਓ, ਪੈਨ ਕਰ ਲਓ ਕੈਮਰਾ, ਸਾਰਾ ਯੂਥ ਇੱਥੇ ਬੈਠਿਆ। ਔਰ ਐਜ਼ ਅ ਯੂਥ ਮੈਂ ਇਹ ਚੀਜ਼ ਕਹਿ ਰਹੀ ਹਾਂ ਕਿ ਅਸੀਂ ਬੜਾ ਜੋਸ਼ ਲੈ ਕੇ ਇਸ ਮੂਵਮੈਂਟ 'ਤੇ ਆਏ ਹਾਂ, ਕਿਉਂਕਿ ਜਿਸ ਲਈ ਅਸੀਂ ਜਿਨ ਸਿੰਘਾਂ ਲਈ, ਜੋ ਪੋਲੀਟੀਕਲ ਪ੍ਰਿਜ਼ਨਰਸ ਹੈਗੇ, ਜਿਨ੍ਹਾਂ ਲਈ ਇਸ ਮੋਰਚੇ 'ਤੇ ਜੁੜੇ ਆ ਨਾ, ਉਹਨਾਂ ਨੇ ਕੌਮ ਦੀ ਲੜਾਈ ਲੜੀ ਹੈ। ਔਰ ਗੱਲ ਕਰੋ ਜੇ ਜਗਤਾਰ ਸਿੰਘ ਜਥੇਦਾਰ ਹਵਾਰਾ ਜੀ ਦੀ, ਮੈਂ ਇੱਕ ਹੀ ਚੀਜ਼ ਕਹਿਣਾ ਚਾਹਾਂਗੀ, ਨਾ ਝਗੜਾ ਸੀ ਜ਼ਮੀਨ ਦਾ, ਨਾ ਝਗੜਾ ਸੀਗਾ ਪਰਸਨਲ ਸਵਾਰਥ ਦਾ ਜਾਂ ਕੋਈ ਮਕਾਨ ਦਾ ਜਾਂ ਕੋਈ ਇਸ ਤਰੀਕੇ ਦਾ ਝਗੜਾ ਕਿ ਕੋਈ ਜਿਹਦੇ ਵਿੱਚ ਕੋਈ ਪਰਸਨਲ ਮੋਟਿਵ ਹੋਵੇ। ਉਹਨਾਂ ਨੇ ਜੋ ਕੀਤਾ ਕੌਮ ਲਈ ਕੀਤਾ। ਔਰ ਜਿਨ੍ਹਾਂ ਨੂੰ ਵੀ ਯੂਥ ਹੋ ਗਿਆ ਜਾਂ ਵੱਡੇ ਹੋ ਗਏ, ਦਰਦ ਹੈਗਾ, ਇਸ ਮੋਰਚੇ 'ਤੇ ਆਪਣੀ ਹਾਜ਼ਰੀ ਲਾਓ। ਜੇ ਵਿਹਲਾ ਟਾਈਮ ਹੈਗਾ, ਘਰੇ ਅੱਗ ਜੇ ਸੇਕਣ, ਜੇ ਤੁਸੀਂ ਵਿਹਲੇ ਬੈਠੇ ਹੋ, ਘਰੇ ਕੋਈ ਕੰਮ ਨਹੀਂ ਕਰ ਰਹੇ, ਇੱਥੇ ਆਓ, ਸਾਰੀ ਫੈਸਿਲਿਟੀ ਮਿਲੂਗੀ, ਸਾਰੀ ਚੀਜ਼ਾਂ ਮਿਲਣਗੀਆਂ, ਸੰਘਰਸ਼ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾਓ। ਡਾਕਟਰ ਰੀਤੂ ਸਿੰਘ ਜੀ, ਹਰ ਇੱਕ ਸਿੱਖ, ਹਰ ਵਿਅਕਤੀ ਇਹ ਆਪਣੇ ਦਿਲ ਦੇ ਵਿੱਚ ਦਰਦ ਰੱਖਦਾ ਹੈ ਕਿ ਇਹਨਾਂ ਨੂੰ ਬਹੁਤ ਲੰਮੀ ਸਜ਼ਾ ਹੋਈ ਹੈ। ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਸਮਾਂ ਉਹਨਾਂ ਦਾ ਪੂਰਾ ਹੋ ਚੁੱਕਾ, ਜੋ ਅਦਾਲਤਾਂ ਵੱਲੋਂ ਕਾਨੂੰਨੀ ਸਜ਼ਾ ਮਿਲੀ ਸੀ, ਪਰ ਫਿਰ ਵੀ ਜਿਹੜੀ ਹੈ ਕਿ ਉਹ ਅੱਜ ਵੀ ਜੇਲ੍ਹਾਂ 'ਚ ਬੰਦ ਨੇ। ਪਰ ਜਦੋਂ ਉਹਨਾਂ ਦੇ ਹੱਕ ਵਿੱਚ, ਜਦੋਂ ਉਹਨਾਂ ਦੀ ਰਿਹਾਈ ਦੀ ਗੱਲ ਦਾ ਹੋਕਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਤੇ ਲੋਕ ਇੱਕ ਦੂਜੇ ਦੇ ਮੋਢੇ 'ਤੇ ਬੰਦੂਕਾਂ ਰੱਖ ਕੇ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਅਜਿਹਾ ਕਿਉਂ ਹੁੰਦਾ ਹੈ? ਲੋਕ ਡਰਦੇ ਕਿਉਂ ਨੇ ਅਸਲ ਵਿੱਚ ਸੱਚੀ ਗੱਲ ਕਰਨ ਤੋਂ? ਦੇਖੋ, ਮੈਨੂੰ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕ ਡਰਦੇ ਨੇ। ਸਾਰਾ ਦਿਮਾਗ ਦਾ ਖੇਡ ਹੈਗਾ, ਠੀਕ ਹੈ। ਅਸੀਂ ਵੀ ਤਾਂ ਬੈਠੇ ਹਾਂ ਨਾ, ਕੋਈ ਸਾਨੂੰ ਇੱਥੇ ਖਾ ਰਿਹਾ ਬਹਿ ਕੇ ਕਿ ਉੱਥੇ ਮਤਲਬ ਕਿਹਦੇ ਤੋਂ ਡਰਨਾ? ਤੁਸੀਂ ਇਨਸਾਨ ਹੀ ਹੈ ਨਾ, ਉਹ ਕੋਈ ਜਾਨਵਰ ਤਾਂ ਨਹੀਂ ਹੈਗਾ। ਹੋਰ ਮੈਨੂੰ ਇਹ ਚੀਜ਼ ਲੱਗਦੀ ਆ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਲੋਕੀ ਨਾ ਇੱਕ ਤਾਂ ਡਰਦੇ ਆ, ਦੂਜੇ ਦਾ ਵੀ, ਜਿਹੜਾ ਕੋਈ ਜਾਣਨ ਦੀ ਕੋਸ਼ਿਸ਼ ਕਰਦਾ ਨਾ, ਜਿਹੜਾ ਕੋਈ ਸੋਚਦਾ ਕਿ ਅਸੀਂ ਜਾਂਦੇ ਹਾਂ ਮੋਰਚੇ 'ਤੇ ਜਾਂ ਯੂਥ ਹੋ ਗਿਆ, ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਵੀ ਹੌਸਲਾ ਦਬਾ ਦਿੰਦੇ ਨੇ। ਬਟ ਮੈਂ ਇਹ ਚੀਜ਼ ਐਨਾਲਾਈਜ਼ ਵੀ ਕੀਤੀ ਆ ਕਿ ਇਹ ਜਿਹੜੀ ਸਰਕਾਰ ਹੈਗੀ ਨਾ, ਜਿੱਦਾਂ ਤੁਸੀਂ ਦੇਖਿਆ ਜੋ ਸੈਂਟਰ 'ਚ ਬੈਠੇ ਹੈ ਸ਼ੈਤਾਨ, ਉਹਨਾਂ ਦਾ ਕੰਮ ਹੈਗਾ ਮਿਸਗਾਈਡ ਕਰਕੇ ਚੀਜ਼ਾਂ ਨੂੰ। ਜਿੱਦਾਂ ਆਪਾਂ ਜਦ ਕਿਸਾਨੀ ਅੰਦੋਲਨ ਸੰਘਰਸ਼ ਮੋਰਚਾ ਚੱਲ ਰਿਹਾ ਸੀਗਾ, ਉੱਥੇ ਸਾਨੂੰ ਕਹਿਤਾ ਕਿ ਜੀ ਆਤੰਕਵਾਦੀ ਹੈਗੇ, ਖਾਲਿਸਤਾਨੀ ਹੈਗੇ, ਇਹਨਾਂ ਦੀ ਫੰਡਿੰਗ ਇੱਥੋਂ ਆਉਂਦੀ ਹੈ, ਸਾਡਾ ਮੋਰਚਾ ਤੋੜਨ ਦੀ ਕੋਸ਼ਿਸ਼ ਕੀਤੀ। ਇਹੋ ਜਿਹੀਆਂ ਚੀਜ਼ਾਂ ਨੈਰੇਟਿਵ ਫੈਲਾ ਕੇ, ਨਾਲੇ ਜਿਹੜਾ ਇਹਨਾਂ ਦਾ ਗੋਦੀ ਮੀਡੀਆ ਹੈਗਾ ਉਹ ਇਹੋ ਜਿਹੇ ਨੈਰੇਟਿਵ ਫੈਲਾਉਂਦਾ ਹੈ। ਜਿਹੜੇ ਲੋਕੀ ਜ਼ਿਆਦਾ ਟੀਵੀ 'ਤੇ ਡਿਪੈਂਡਡ ਹੈ ਨਾ, ਉਹ ਇਨਫੋਰਮੇਸ਼ਨ ਲੈਂਦੇ ਨੇ ਉੱਥੋਂ ਕਿ ਨਹੀਂ ਜੀ ਅਸੀਂ ਗਏ, ਸਾਡੇ ਬੱਚੇ ਦਾ ਫਿਊਚਰ ਖਰਾਬ ਹੋ ਜਾਊਗਾ ਜੀ, ਸਾਡਾ ਬੱਚੇ ਦਾ ਉੱਤੇ ਵੀ ਕੁਛ ਨਾ ਉਹ ਹੋ ਜਾਊਗਾ, ਜਾਂ ਪੁਲਿਸ ਐਕਟ ਪਾ ਦੂਗੀ ਜਾਂ ਕੁਛ ਇੱਦਾਂ ਦਾ ਕੰਮ ਕਰ ਦੂਗੀ। ਮੈਨੂੰ ਇਹ ਲੱਗਦਾ ਇਸ ਡਰ ਤੋਂ ਬਾਹਰ ਆਉਣ ਦੀ ਲੋੜ ਹੈਗੀ ਹੈ। ਤੁਸੀਂ ਜਾਗਰੂਕ ਹੋ ਕੇ ਆਓ। ਔਰ ਪੰਜਾਬ ਨੂੰ ਤਾਂ ਇਸ ਟਾਈਮ ਤੇ ਇੰਨੀ ਲੋੜ ਹੈਗੀ, ਕਿਉਂਕਿ ਤੁਸੀਂ ਦੇਖ ਲਓ ਜਿੱਦਾਂ ਪੰਜਾਬ 'ਚ ਸਰਕਾਰ ਆਈ ਆਮ ਆਦਮੀ ਪਾਰਟੀ, ਜਿਹਦਾ ਕੋਈ ਥਾਂ ਤੇ ਕੋਈ
ਮਤਲਬ ਹੀ ਨਹੀਂ ਬਣਦਾ ਸੀਗਾ ਕਿ ਜਾਂ ਤਾਂ ਹੋਏ ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਆ ਗਏ, ਕਿਸੇ ਪਾਸੇ ਤੋਂ ਕੋਈ ਚੀਜ਼ ਦਾ ਮਤਲਬ ਨਹੀਂ ਸੀਗਾ, ਬਟ ਆ ਸਰਕਾਰ ਆ ਕੇ ਕਬਜ਼ਾ ਕਰਕੇ ਬਹਿ ਗਈ। ਬਟ ਕੁਝ ਸਾਡੇ ਹਿੱਤ ਲਈ ਤੇ ਕਰ ਲਈ ਨਹੀਂ ਲਈ ਨਾ, ਸਾਡੇ ਲਈ ਕੁਝ ਨਹੀਂ ਕਰ ਰਹੀ ਨਾ, ਕੌਮ ਲਈ ਕੁਝ ਕਰ ਲਈ ਨਾ ਕੋਈ ਵੀ ਚੀਜ਼ ਦਾ ਕੋਈ ਬੈਲੈਂਸ ਨਹੀਂ ਹੈਗਾ। ਬਟ ਇੱਕ ਵੈਕਿਊਮ ਸੀਗਾ, ਵੈਕਿਊਮ ਫਿਲ ਕੀਤਾ, ਆ ਗਈ ਸਰਕਾਰ। ਇਹੀ ਮੈਨੂੰ ਚੀਜ਼ ਲੱਗਦੀ ਆ ਕਿ ਜੇ ਅਸੀਂ ਇੱਕ ਬੈਲੈਂਸ ਮੇਨਟੇਨ ਕਰ ਲਿਆ, ਅਸੀਂ ਲੋਕ ਜਿਹੜੀ ਇੱਕ ਮਨੂਵਾਦੀ ਜਾਂ RSS ਵਿਚਾਰਧਾਰਾ ਹੈਗੀ ਹੈ ਉਹਦੇ ਵਿੱਚ ਫਸ ਜਾਂਦੇ ਆ। ਅਸੀਂ ਉਹਨਾਂ ਦੇ ਨੈਰੇਟਿਵ ਫੈਲਾਉਂਦੇ ਨੇ, ਕੋਈ ਵੀ ਮੇਨ ਮੀਡੀਆ ਤੇ ਕਰਤਾ ਜਾਂ ਕੋਈ ਵੀ ਨੈਰੇਟਿਵ ਇਦਾਂ ਦਾ ਫੈਲਾਤਾ, ਅਸੀਂ ਉਸ ਨੈਰੇਟਿਵ ਤੇ ਫਸ ਕੇ ਉਹਨਾਂ ਦੇ ਚੰਗੁਲ 'ਚ ਫਸ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਬਟ ਮੈਨੂੰ ਲੱਗਦਾ ਜਿਸ ਦਿਨ ਅਸੀਂ ਇਹ ਚੀਜ਼ ਰਿਅਲਾਈਜ਼ ਕਰ ਲਈ ਕਿ ਇਹ ਸਰਕਾਰ ਸਾਨੂੰ ਤੋੜਨ ਦਾ ਕੰਮ ਕਰਦੀ ਹੈ, ਡਰਾਉਣ ਦਾ ਕੰਮ ਕਰਦੀ ਹੈ, ਸਾਡੇ ਤੋਂ ਉੱਤੇ ਇਲਜ਼ਾਮ ਲਗਾ ਕੇ ਸਾਡੇ ਵਿੱਚ ਵੰਡ ਪਾਉਣ ਦਾ ਕੰਮ ਕਰਦੀ ਹੈ, ਜਿਸ ਦਿਨ ਅਸੀਂ ਓਵਰਕਮ ਫੀਅਰ ਕਰ ਲਿਆ ਔਰ ਜਿਹੜੇ ਛੋਟੇ ਹੁਣ ਬੇਸ ਲੈਵਲ ਤੇ ਆ ਜਾਓ, ਛੋਟੇ ਲੈਵਲ ਕਿਹੜੇ ਹੈਗੇ, ਜਾਤੀ ਮਜ਼ਹਬ ਦੇ ਝਗੜੇ ਛੋਟੇ ਉਹ, ਕਿਉਂਕਿ ਤੁਸੀਂ ਦੇਖ ਲਿਆ 2014 ਤੋਂ ਬਾਅਦ ਸਰਕਾਰ ਦਾ ਇੱਕੋ ਪੈਟਰਨ ਰਿਹਾ, ਰਿਲੀਜਨ ਡਿਵਾਈਡ ਐਂਡ ਰੂਲ, ਜਾਤ ਪਾਤ ਤੇ ਝਗੜੇ ਲਾ ਕੇ ਡਿਵਾਈਡ ਐਂਡ ਰੂਲ ਕਰੋ, ਉਹ ਚੀਜ਼ਾਂ ਕਰਕੇ ਨਫ਼ਰਤ ਪਾ ਕੇ ਵੰਡ ਪਾ ਕੇ ਆਪਣੀ ਰਾਜਨੀਤੀ ਕਰਨੀ ਔਰ ਸਾਨੂੰ ਡਰਾਉਣਾ, ਸਾਡੇ ਬੱਚਿਆਂ ਤੇ ਐਕਟ ਪਾ ਦੇਣੇ ਜਾਂ ਸਾਡੇ ਬੱਚਿਆਂ ਨੂੰ ਜੇਲ੍ਹ ਤੇ ਕਰ ਦੇਣਾ, ਕੁਝ ਵੀ ਇਦਾਂ ਨਹੀਂ ਹੋ ਰਿਹਾ। ਇਟ ਇਜ਼ ਅ ਵੈਲ ਪਲਾਨ ਸਟ੍ਰੈਟਜੀ, ਕਿਉਂਕਿ ਤੁਸੀਂ ਬੋਲਣ ਵਾਲੀ ਆਵਾਜ਼ ਨੂੰ ਬੰਦ ਕਰੋਗੇ, ਡਰਾਓਗੇ ਤੇ ਇੱਕ ਮੈਸੇਜ ਆਏਗਾ ਸੋਸਾਇਟੀ ਦੇ ਵਿੱਚ ਕਿ ਦੇਖੋ ਉਹ ਬਹੁਤ ਬੋਲਦਾ ਸੀਗਾ ਜਾਂ ਬੋਲਦੀ ਸੀਗੀ ਨਾ, ਦੇਖੋ ਉਹਦੇ ਨਾਲ ਇਹ ਹੋਇਆ। ਬਟ ਜਦ ਅਸੀਂ ਕਿਉਂ ਕਰ ਰਹੀ ਹੈ, ਕਿਉਂਕਿ ਅਸੀਂ ਇਕੱਠੇ ਨਹੀਂ ਹੈਗੇ, ਅਸੀਂ ਇੱਕ ਨਹੀਂ ਹੈਗੇ, ਅਸੀਂ ਡਰ ਜਾਂਦੇ ਆ। ਬਟ ਸਾਡੀ ਕੌਮ ਦਾ ਤੁਸੀਂ ਮੈਨੂੰ ਲੱਗਦਾ ਰਿਲਾਈਜ਼ ਕਰਨ ਦੀ ਲੋੜ ਹੈਗੀ, ਹਿਸਟਰੀ ਆਪਣੇ ਗੁਰੂਆਂ ਤੋਂ ਨਹੀਂ, ਤੁਸੀਂ ਸਿੱਖੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਆਈ ਥਿੰਕ ਜੇ ਉਹ ਕੁਰਬਾਨੀਆਂ ਦੇ ਕੇ ਬੈਠੇ ਸੀਗੇ ਤਾਂ ਅੱਜ ਸਾਡੇ ਮੂੰਹ ਤੇ ਜ਼ੁਬਾਨ ਹੈਗੀ ਆ ਜਿਹੜੀ ਪੱਗ ਪਾ ਕੇ ਪ੍ਰਾਊਡਲੀ ਅਸੀਂ ਘੁੰਮਦੇ ਆ ਨਾ, ਕਿਸੇ ਦੀ ਦੇਣ ਹੈਗੀ ਆ। ਉਹ ਜੇ ਉਹਦੀ ਲਾਜ ਨੂੰ ਮੇਨਟੇਨ ਰੱਖਣਾ ਹੈਗਾ ਨਾ, ਉਸ ਡਿਗਨਿਟੀ ਨੂੰ, ਉਹ ਜਿਹੜੇ ਸੈਕਰੀਫਾਈਸਿਸ ਹੈਗੇ ਉਹਨੂੰ ਮੇਨਟੇਨ ਰੱਖਣਾ ਹੈਗਾ ਨਾ, ਤੇ ਆਪਾਂ ਨੂੰ ਰਿਲਾਈਜ਼ ਕਰਨਾ ਪੈਣਾ ਸਾਡਾ ਇਤਿਹਾਸ ਕੀ ਹੈ। ਨਾਓ ਦਿਸ ਇਜ਼ ਦਾ ਟਾਈਮ ਆਪਣਾ ਜਿਹੜਾ ਇਤਿਹਾਸ ਜਿਹੜੇ ਲੋਕੀ ਭੁੱਲ ਗਏ ਹੈਗੇ, ਜਿਹੜੀ ਹੈਰੀਟੇਜ ਹੈਗੀ ਉਹਨੂੰ ਰਿਸਟੋਰ ਕਰਨ ਦੀ। ਕਿਉਂਕਿ ਜੇ ਅਸੀਂ ਇਹੋ ਜਿਹੇ ਬਾਹਰ ਮੈਨੂੰ ਤਾਂ ਲੱਗਦਾ ਇੰਟਰੂਡਰਸ ਹੈਗੇ, ਇਹ ਇਨਵੇਡਰਸ ਹੈਗੇ, ਇਹਨਾਂ ਨੇ ਆ ਕੇ ਇਨਵੇਡ ਕਰ ਲਿਆ, ਵਰਨਾ ਮੈਨੂੰ ਨਹੀਂ ਲੱਗਦਾ ਸੀ ਇਹੋ ਜਿਹੀ ਸਰਕਾਰ ਆ ਕੇ ਇੱਥੇ ਕਬਜ਼ਾ ਕਰ ਸਕਦੀ ਸੀਗੀ ਔਰ ਆਪਣੀ ਗੰਦੀ ਰਾਜਨੀਤੀ ਕਰ ਸਕਦੀ ਸੀ। ਇਹ ਸੇਮ ਉਹੀ ਚੱਲ ਰਿਹਾ ਜੋ BJP ਕਰਦੀ ਸੀਗੀ। ਹਾਂ, ਮੈਂ ਤੁਹਾਡਾ ਸਵਾਲ ਲੈ ਰਹੀ ਹਾਂ, ਉਹੀ ਹੈ ਸਰਕਾਰ ਕਰ ਰਹੀ ਹੈ। ਤੇ ਇਹ ਸਾਰੇ ਫੀਅਰਸ ਤੋਂ ਓਵਰਕਮ ਕਰਕੇ, ਆਪਣੇ ਆਪ ਨੂੰ ਜਾਗਰੂਕ ਕਰਕੇ, ਇੱਕ ਹੋ ਕੇ, ਗੰਦੀ ਡਿਵਾਈਡ ਐਂਡ ਰੂਲ ਦੀ, ਜਾਤ ਪਾਤ ਦੇ, ਧਰਮਾਂ ਦੇ ਝਗੜੇ ਤੋਂ ਬਾਹਰ ਆ ਕੇ ਇੱਕ ਹੋ ਕਰ ਅਸੀਂ ਕੋਈ ਵੀ ਮੋਰਚਾ ਜਿੱਤ ਸਕਦੇ ਹਾਂ। ਸਾਡੇ ਲਈ ਕੋਈ ਮੁਸ਼ਕਿਲ ਨਹੀਂ ਹੈਗਾ। ਰਿਤੂ ਸਿੰਘ ਜੀ, ਅੱਜ ਦੀਆਂ ਮਾਵਾਂ ਅਕਸਰ ਜਿਹੜੀਆਂ ਕਿ ਪਹਿਲੋਂ ਗੱਲ ਹੁੰਦੀ ਸੀ ਕਿ ਮਾਵਾਂ ਆਪਣੇ ਬੱਚੇ ਨੂੰ ਸਾਖੀਆਂ ਸੁਣਾਉਂਦੀਆਂ ਹੁੰਦੀਆਂ ਸੀਗੀਆਂ ਵੀ ਸਾਡੇ ਪੁਰਾਤਨ ਜਿਹੜੇ ਸਿੰਘ ਸੀਗੇ ਕਿਸ ਤਰ੍ਹਾਂ ਘੋੜੀਆਂ ਦੀਆਂ ਕਾਠੀਆਂ 'ਤੇ ਆਪਣਾ ਜੀਵਨ ਬਤੀਤ ਕਰਦੇ ਸੀਗੇ, ਪਰ ਅੱਜ ਦੀ ਮਾਂ ਜਿਹੜੀ ਹੈ ਉਹ ਸਿਰਫ ਸੀਰੀਅਲਾਂ ਤੱਕ ਹੀ ਸੀਮਤ ਰਹਿ ਗਈ ਹੈ ਜਾਂ ਫਿਰ ਤਰ੍ਹਾਂ ਦੇ ਭੋਜਨ ਪਕਵਾਨ ਬਣਾਉਣ ਤੱਕ ਹੀ ਸੀਮਤ ਰਹਿ ਗਈ। ਉਹ ਆਪਣੇ ਬੱਚੇ ਨੂੰ ਕਿਉਂ ਨਹੀਂ ਉਹ ਇਤਿਹਾਸ ਸੁਣਾ ਸਕਦੀ, ਉਹਦਾ ਕੀ ਕਾਰਨ ਸਮਝਦੇ ਹੋ ਤੁਸੀਂ? ਅੱਛਾ, ਮੈਂ ਤੁਹਾਨੂੰ ਇਹੀ ਗੱਲ ਤੇ ਜਵਾਬ ਦਿੰਦੀ ਹਾਂ। ਹੁਣ ਮੇਰੇ ਫਾਦਰ ਰਹੇ ਨਹੀਂ, ਮੇਰੇ ਫਾਦਰ ਸਾਹਿਬ ਕੋਵਿਡ 'ਚ ਪੂਰੇ ਹੋ ਗਏ, ਬਟ ਉਹ ਜਦ ਵੀ ਪਾਠ ਕਰਦੇ ਸੀਗੇ, ਕੋਈ ਵੀ ਕੌਮੀ ਚੀਜ਼ਾਂ ਦੀ ਗੱਲ ਹੁੰਦੀ ਸੀਗੀ ਨਾ, ਤਾਂ ਉਹ ਆਪਣੇ ਜਿਹੜੇ ਲਿਵਿੰਗ ਲੈਜੈਂਡਸ ਰਹੇ ਨੇ ਜਾਂ ਲਿਵਿੰਗ ਲੈਜੈਂਡਸ ਹੈਗੇ ਆ ਜਿਨ੍ਹਾਂ ਨੇ ਸੈਕਰੀਫਾਈਸ ਕੀਤਾ ਕੌਮ ਲਈ, ਉਹਨਾਂ ਦੀ ਗੱਲਾਂ ਕਰਦੇ ਸੀਗੇ। ਮੈਨੂੰ ਯਾਦ ਹੈ ਕੋਈ 5 ਸਾਲ ਪਹਿਲੇ, 5 ਜਾਂ 6 ਸਾਲ ਪਹਿਲੇ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰ ਰਹੇ ਸੀਗੇ। ਤੁਸੀਂ ਸੋਚੋ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿੰਨਾ ਵੈਕਿਊਮ ਹੋਣਾ ਕਿ ਅੱਜ ਅਸੀਂ ਜਾਗਰੂਕ ਹੋਏ 4 ਸਾਲ ਬਾਅਦ ਆ ਕੇ। ਸਾਨੂੰ ਵੀ ਨਹੀਂ ਪਤਾ ਸੀਗਾ ਸਿਚੁਏਸ਼ਨ ਕੀ ਆ, ਕੌਣ ਕਿਹਦੀ ਗੱਲ ਕਰ, ਇਹ ਪਤਾ ਸੀਗਾ ਕਿ ਕੀ ਹੋਇਆ ਕੀ ਨਹੀਂ ਹੋਇਆ, ਇਹ ਸਾਰੀ ਚੀਜ਼ਾਂ ਪਤਾ ਸੀਗੀਆਂ, ਬਟ ਕੌਣ ਹੈਗੇ ਇਹ ਨਹੀਂ ਪਤਾ ਸੀਗਾ ਐਗਜ਼ੈਕਟ। ਵੈਕਿਊਮ ਹੈਗਾ ਕਿਉਂਕਿ ਜਿਹੜਾ ਮਾਡਰਨਾਈਜੇਸ਼ਨ ਆ ਰਿਹਾ ਨਾ, ਉਹ ਸਾਨੂੰ ਮੈਨੂੰ ਲੱਗਦਾ ਫਲੌਂਟ ਕਰਨਾ ਬਹੁਤ ਅੱਛਾ ਲੱਗਦਾ, ਵਧੀਆ ਕੱਪੜੇ ਪਾ ਕੇ, ਵਧੀਆ ਮੈਚਿੰਗ ਪੱਗ ਹੋਏ, ਚੀਜ਼ਾਂ ਮੇਰੀ ਮਾਂ ਦੇਖਦੀ ਹੈ ਮੇਰਾ ਪੁੱਤ ਬਹੁਤ ਵਧੀਆ ਲੱਗੇ, ਪਿਓ ਦੇਖਦਾ ਜੀ ਮੇਰਾ ਪੁੱਤ ਦੇ ਥੱਲੇ ਵਾਲੀ ਗੱਡੀ ਹੋਣੀ ਚਾਹੀਦੀ, ਸਹੀ, ਪੂਰੇ ਸਟਾਈਲ ਆ ਗਏ। ਬਟ ਜਿਹੜੀ ਮੇਨ ਚੀਜ਼ ਹੈ ਨਾ, ਜਿਹੜੀ ਸਾਡੀ ਤਰਬੀਅਤ ਜਿੱਦਾਂ ਦੀ ਹੋਣੀ ਚਾਹੀਦੀ, ਅਸੀਂ ਉਹ ਸਾਰੀ ਚੀਜ਼ਾਂ ਭੁੱਲਦੇ ਜਾ ਰਹੇ ਹਾਂ। ਜਿੱਦਾਂ ਮੈਂ ਆਪਣੇ ਪਾਪਾ ਦੀ ਗੱਲ ਕੀਤੀ, ਤੇ ਮੈਂ ਜਦ ਅਸੀਂ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਨ ਲੱਗੇ, ਜਦ ਮੈਂ ਪ੍ਰਾਚਾ ਸਾਹਿਬ ਨੂੰ ਜਾਣਦੀ ਸੀਗੀ, ਉਹਨਾਂ ਨੇ ਇੱਕ ਵਾਰੀ ਜ਼ਿਕਰ ਕੀਤਾ ਜਗਤਾਰ ਸਿੰਘ ਹਵਾਰਾ ਜੀ ਦਾ। ਉਹਨਾਂ ਨੇ ਕਿਹਾ ਤੁਸੀਂ ਕਿਵੇਂ ਦੇ ਸਿੱਖ ਹੋ, ਕਿਵੇਂ ਦੀ ਕੌਮ ਦੇ ਹੋ, ਤੁਸੀਂ ਐਡਾ ਵੱਡਾ ਤੁਹਾਡਾ ਸੂਰਮਾ ਹੈਗਾ, ਤੁਸੀਂ ਇਹਨਾਂ ਦੇ ਬਾਰੇ ਤੁਸੀਂ ਆਵਾਜ਼ ਨਹੀਂ ਚੱਕਦੇ। ਮੈਂ ਤੁਹਾਨੂੰ ਬਾਰ-ਬਾਰ ਉਹਨਾਂ ਨੇ ਇੱਕ ਹੀ ਗੱਲ ਕਹੀ ਕਿ 20% ਕੰਮ ਅਦਾਲਤ ਕਰੂਗੀ, 80% ਕੰਮ ਸੜਕਾਂ ਤੇ ਹੋਊਗਾ। ਤੇ ਤੁਹਾਡੀ ਇੰਨੀ ਫਾਈਟਰ ਕੌਮ ਹੈਗੀ ਹੈ, ਮਤਲਬ ਜਿੱਥੇ ਕੋਈ ਕੰਮ ਨਹੀਂ ਕਰ ਸਕਦਾ ਉਹ ਤੁਹਾਡੀ ਸਿੱਖ ਕੌਮ ਕੰਮ ਕਰ ਸਕਦੀ ਹੈ। ਤੁਹਾਡੇ 'ਚ ਆਪਸੀ, ਕਿਉਂਕਿ ਬਾਹਰ ਵਾਲਿਆਂ ਨੂੰ ਲੱਗਦਾ ਹੈ ਸਾਡੇ 'ਚ ਏਕਤਾ, ਪਿਆਰ, ਜਾਂ ਅਸੀਂ ਬਹੁਤ ਸੰਘਰਸ਼ਸ਼ੀਲ ਲੋਕ ਹੈਗੇ, ਅਸੀਂ ਕੁਝ ਵੀ ਕਰ ਸਕਦੇ ਹਾਂ, ਬਟ ਸਾਡੇ ਵਿੱਚ ਵੈਕਿਊਮ ਆ ਰਿਹਾ, ਸਾਡੇ ਵਿੱਚ ਉਹ ਡਿਫਰੈਂਸ ਆ ਰਿਹਾ, ਮੈਨੂੰ ਦਿਖ ਰਿਹਾ, ਕਿਉਂਕਿ ਅਸੀਂ ਮਾਡਰਨਾਈਜੇਸ਼ਨ ਨੂੰ ਮੈਚ ਕਰਨ ਦੀ ਦੌੜ ਵਿੱਚ ਨਾ ਉਹ ਸਾਰੀ ਚੀਜ਼ਾਂ ਭੁੱਲਦੇ ਜਾ ਰਹੇ ਹਾਂ। ਜਿਹੜੀ ਸ਼ਰਾਰਤੀ ਸਰਕਾਰਾਂ ਨੇ ਬਹੁਤ ਸਟ੍ਰੈਟੇਜਿਕਲੀ ਗੰਦਾ ਨੈਰੇਟਿਵ ਫੈਲਾਉਂਦੀਆਂ ਨੇ, ਸਾਨੂੰ ਸਾਡੀ ਬੇਸ ਰੂਟ ਤੋਂ ਹਟਾ ਕੇ ਨਾ ਉਹ ਆਪਣੇ ਵਿੱਚ ਅਮੈਲਗਮੇਟ ਕਰ ਰਹੀਆਂ ਨੇ, ਉਹਦੇ ਅਸੀਂ ਵਿਕਟਮ ਬਣ ਰਹੇ ਹਾਂ। ਮੈਨੂੰ ਲੱਗਦਾ ਜੇ ਅਸੀਂ ਰਿਅਲਾਈਜ਼ ਕਰਕੇ ਇਨ ਚੀਜ਼ਾਂ ਤੋਂ ਉੱਪਰ ਉੱਠੀਏ ਔਰ
ਆਪਣਾ ਜਿਹੜਾ ਗਰਾਊਂਡ ਰੂਟ ਹੈਗਾ ਉਹਨੂੰ ਨਹੀਂ ਭੁੱਲੀਏ, ਕਿਉਂਕਿ ਮੈਨੂੰ ਲੱਗਦਾ ਕੋਈ ਇੱਕ ਬਿਲਡਿੰਗ ਵੀ ਖੜੀ ਨਹੀਂ ਹੋ ਸਕਦੀ ਜਿਹਦਾ ਬੇਸ ਜਾਂ ਨੀਂਹ ਕਮਜ਼ੋਰ ਹੋਵੇ। ਜੇ ਤੁਹਾਡੀ ਨੀਂਹ ਕਮਜ਼ੋਰ ਹੈਗੀ, ਜੇ ਤੁਹਾਡੇ ਰੂਟਸ ਹੀ ਸਟਰੋਂਗ ਨਹੀਂ ਹੈਗੇ, ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਔਰ ਇਹ ਫੈਮਿਲੀਜ਼ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਬਣਦੀ ਹੈ, ਪੇਰੈਂਟਸ ਦੀ, ਆਪਣੇ ਬੱਚਿਆਂ ਨੂੰ ਰਾਈਟ ਗਾਈਡ ਕਰਨਾ। ਮੇਰਾ ਕੋਈ ਭਰਾ ਨਹੀਂ ਹੈਗਾ, ਠੀਕ ਆ, ਮੈਂ ਬੋਲਡ ਵੀ ਇਸ ਕਰਕੇ ਹੈਗੀ ਕਿਉਂਕਿ ਮੈਂ ਆਪਣੇ ਪਾਪਾ ਨੂੰ ਵੀ ਦੇਖਿਆ ਇਹੋ ਜਿਹੀ ਚੀਜ਼ਾਂ ਕਰਕੇ। ਉਹਨਾਂ ਨੂੰ ਬਹੁਤ, ਜਦ ਮੈਂ ਪੈਦਾ ਹੋਈ ਹਾਂ ਤੇ ਉਹਨਾਂ ਨੂੰ ਬਹੁਤ ਲੋਕੀ ਕਹਿੰਦੇ ਸੀ ਹਾਏ ਕੁੜੀ ਹੋ ਗਈ, ਬੇਟੀ ਹੋ ਗਈ, ਬੇਟਾ ਨਹੀਂ ਹੈ ਤੁਹਾਡੇ, ਬੇਟਾ ਨਹੀਂ। ਉਹਨਾਂ ਨੇ ਇਰੀਟੇਸ਼ਨ 'ਚ ਆ ਕੇ ਮੇਰਾ ਨਾਂ ਜਿਹੜਾ ਹੈ ਜਾਣ ਕੇ ਸਿੰਘ ਰੱਖਿਆ। ਹੁਣ ਆਈ ਮੇਰਾ ਬੇਟਾ, ਆਈ ਮੇਰੀ ਬੇਟੀ ਹੈ, ਉਹੀ ਚੀਜ਼ਾਂ ਮੇਰੇ ਵਿੱਚ ਅੰਦਰੋਂ ਮੇਰੀ ਮਾਤਾ ਪਿਤਾ ਨੇ, ਇੱਦਾਂ ਨਹੀਂ ਹੈਗਾ ਕਿ ਮੇਰੇ ਪੇਰੈਂਟਸ ਨੇ ਇਨਕਲਕੇਟ ਨਹੀਂ ਕੀਤੀਆਂ, ਬਟ ਮਾਡਰਨਾਈਜੇਸ਼ਨ ਦੇ ਕਨਸੈਪਟ ਵਿੱਚ ਆ ਕੇ ਜਦ ਫਸ ਜਾਂਦਾ ਨਾ ਬੰਦਾ, ਉਹ ਚੀਜ਼ਾਂ ਭੁੱਲ ਜਾਂਦਾ। ਮੇਰਾ ਬੱਚਾ ਤੇ ਬਾਹਰ ਜਾਊਗਾ, ਮੇਰਾ ਬੱਚਾ ਤੇ ਫੋਰਨ ਜਾਊਗਾ ਜਾਂ ਦਿੱਲੀ ਪੜੂਗਾ, ਇਹ ਸਾਡੇ ਨਾਲ ਵੀ ਹੋਇਆ। ਬਟ ਤੁਸੀਂ ਆਪਣਾ ਰੂਟ, ਐਂਡ ਆਫ ਦਾ ਸਟੋਰੀ ਨਹੀਂ ਭੁੱਲੋ। ਜੇ ਤੁਸੀਂ ਆਪਣੇ ਰੂਟ ਨਾਲ ਜੁੜਿਓ, ਅਲਟੀਮੇਟ ਸੋਲੂਸ਼ਨ ਹੋਈ ਹੈ ਜੀ।